ਜਿਹੜੀ ਭਾਜੀ ਨਿਕਲ ਆਈ ਜੇ ਨਾ ਟਿਕਟਾਕ ਹਰ ਘਰ ਜਿਹੜੇ ਘਰ ਜਾਓ ਬਚਾਓ ਉੱਥੇ ਬੁੱਢੀ ਉਹ ਉੱਥੇ ਤੇ ਅੰਮਾ ਉਹ ਤੇ ਅੱਬਾ ਉਹ ਤੇ ਸਾਰੇ ਟਿਕਟਾਕ ਤੇ ਲੱਗੇ ਮੈਂ ਆਪਣੇ ਘਰ ਜਾਂਦਾ ਤੇ ਮੇਰੇ ਜਾਣੇ ਆ ਨਾ ਕੋਈ ਉਸ ਸੋਫੇ ਤੇ ਕੋਈ ਉਸ ਸੋਫੇ ਤੇ ਬਹਿ ਕੇ ਟਿਕਟਾਕ ਉਹਨਾਂ ਨੂੰ ਪਤਾ ਹੀ ਨਹੀਂ ਪਿਓ ਆਇਆ ਘਰ। तो क्या उनकी माँ उनको कुछ नहीं कहती? ਮਾਂ ਖੁਦ ਲੱਗੀ ਹੁੰਦੀ ਹੈ ਟਿਕਟਾਕ ਤੇ ਆ ਗੇਮ ਖੇਡਣ ਇੱਕ ਪਤਲੂ ਮਟਲੂ ਨਿਕਲ ਆਇਆ ਜੋ ਦੇਖੀ ਉਹ ਗੇਮ ਦਾ ਭਲਾ ਮੋਟਾ ਪਤਲੂ ਉਹ ਹੀ ਜਾਣੇ ਲੱਗੇ ਰਹਿੰਦੇ ਭਾਵੇਂ ਮੇਰੇ ਖਿਲਾਫ ਹੋ ਜਾਣ ਟਿਕਟਾਕ ਵਾਲੇ ਮੈਨੂੰ ਕਹਦਾ ਹੁਣ ਜਨਾਬ ਕਿਹੜੇ ਉਹ ਹੰਧੇਰੇ ਚੱਲ ਰਹਿ ਗਏ ਹੁਣ ਹੰਧੇਰਾ ਬੱਚੇ ਰਜਾਈ ਚ ਵਾੜੋ ਤਾਂ ਉੱਥੇ ਵੀ ਮੋਬਾਈਲ ਆਨ ਕਰ ਲੈਂਦੇ ਨੇ। सर ये देखें ना अभी ये कैमरा ज़रा उस तरफ करना ये देखें ये है चोई साहब का बेटा सर ये आपके पास बैठ के लगा हुआ है गालबन इसकी एज भी को होगी यही कोई 4-5 साल के राउंड बाउंड होगा ये 4.5 साल का तो वो भी मोबाइल चला रहा है और उसको पता ही नहीं है मेरे पापा पास बैठ के तो टॉक शो कर रहे हैं। ਉਹਨੂੰ ਹੈ ਜੇ ਮਹਿਸੂਸ ਕੋਈ ਤੱਕਦਾ ਪਿਆ ਵੇਖੋ ਅਸੀਂ ਹੁਣ ਵੀ ਗੱਲ ਕਰਦੇ ਪਏ ਉਹਨੂੰ ਨਹੀਂ ਪਤਾ ਉਹ ਐਸਾ ਜ਼ੇਨ ਉਹਦਾ ਉੱਥੇ ਖੁੱਬ ਹੈ ਇਹਦੇ ਕੋਲ ਲੈਣਾ ਇਹਨੇ ਚੋਪੀ ਨਹੀਂ ਕਰਨਾ। ये इनकी माँ भी नहीं इनको कुछ कहती हम घर से शुरू होना चाहिए ना जो सब पहले तो ਸਾਡੀ ਮਾਂ ਆਪ ਖੇਡਦੀ ਏ ਤੇ ਮਾਂ ਨੂੰ ਤੇ ਆਪ ਨਹੀਂ ਪਤਾ ਹੁੰਦਾ ਕਿ ਮੇਰਾ ਸ਼ੋਹਰ ਆਇਆ ਬਾਹਰੋਂ ਮੈਂ ਉਹਨੂੰ ਮੈਂ ਮਿਲਣਾ ਜਾਂ ਉਹਨੂੰ ਪਾਣੀ ਦੇਣਾ ਨੌਕਰ ਹੀ ਦਿੰਦੇ ਨੇ ਉਹ ਆ ਕੇ ਕਹਿੰਦੇ ਨੇ ਜੀ ਆਂਟੀ ਲੱਗੀ ਜੇ ਟੈਲੀਫੋਨ ਤੇ। अस्सलाम वालेकुम नाजरीन न्यू टाइम्स पाकिस्तान से मैं हूं आपका होस्ट चौधरी मोहम्मद अवैस। नाजरीन आज मैं मौजूद हूं सियालकोट के यूनियन काउंसिल कुंदनपुर के अंदर और मेरे हमरा इस वक्त मौजूद हैं यूसी कुंदनपुर के चेयरमैन जनाब चौधरी लतीफ़ वैन साहब। नाजरीन चौधरी लतीफ़ वैन साहब ने अपने सियासी कैरियर का आगाज़ एक इंडिपेंडेंट कैंडिडेट के तौर पर उन्होंने किया था और आज ये PMLN का हिस्सा हैं। उनसे ये जानने की कोशिश करेंगे कि पिछले 5 साल उनके एज अ चेयरमैन उन्होंने यूसी कुंदनपुर के अंदर जो अपना इलेक्शन कैंपेन के दौरान जो उन्होंने एजेंडा पेश किया था उस एजेंडे में से कितने % इन्होंने काम करके डिलीवर करके पब्लिक को दिखाया है। जी अस्सलाम वालेकुम सर। जी वालेकुम सलाम। सर सबसे पहले तो आप ये चीज़ बताएं कि आपने बतौर इंडिपेंडेंट कैंडिडेट आपने अपने सियासी कैरियर का आगाज़ किया तो आपने अपने इलेक्शन कैंपेन के दौरान जो आपने वादे किए थे पब्लिक के साथ उनमें से कितने % वादे आप समझते हैं कि आप बिल्कुल सुरखरू हैं अपने यूनियन काउंसिल के अंदर? बिस्मिल्लाहिर्रहमानिर्रहीम। आज़ाद हसीयत नाल मैं इलैक्शन लड़िया सी मेरे खिलाफ 2 कैंਡੀਡੇਟ सन एक PTI ਦਾ एक पाकिस्तान मुस्लिम लीग नून ਦਾ ਜਿਹੜਾ ਮੇਰਾ ਕਾਇਦ ਸੀ ਚੌਧਰੀ ਖੁਸ਼ ਅਖਤਰ ਸੁਬਾਨੀ ਇਸ ਦੁਨੀਆ ਤੋਂ ਚਲੇ ਗਏ ਨੇ। ਅੱਲਾਹ ਤਾਲਾ ਉਹਨਾਂ ਨੂੰ ਜੰਨਤ ਫਿਰਦੌਸ ਦੀ ਜਗ੍ਹਾ ਦੇ ਬੜਾ ਮਿਸ ਕਰ ਰਿਹਾ ਮੈਂ ਤੇ ਉਹਨਾਂ ਨੂੰ ਖਾਸ ਕਰਕੇ ਉਹਨਾਂ ਮੇਰਾ ਸਾਥ ਦਿੱਤਾ ਸੀ ਵਲੀ ਖਾਨਦਾਨ ਨੇ ਔਰ ਮੈਂ ਇਲੈਕਸ਼ਨ ਮੇਰਾ ਖਿਆਲ ਹੈ ਕਿ ਮੈਂ ਪੰਜਾਬ 'ਚ ਫਸਟ ਆਇਆ ਹਾਂ। ਮੇਰੇ ਸਾਰੇ ਪੁੱਲ ਮੈਂ ਵਿਨ ਕੀਤੇ ਸਨ ਮੇਰੇ ਮੈਂਬਰ ਸਾਰੇ ਕਾਮਯਾਬ ਹੋਏ ਸਨ ਔਰ ਅਲਹਮਦੁਲਿਲਾ ਬਹੁਤ ਅਕਸਰੀਅਤ ਨਾਲ ਮੈਂ ਕਾਮਯਾਬ ਹੋਇਆ ਸਾਂ। 1 ਸਾਲ ਤੇ ਹਲਫ ਹੀ ਨਹੀਂ ਲਿਆ ਸੀ ਠੀਕ ਹੈ ਕਿ ਨਹੀਂ ਗੌਰਮੈਂਟ ਨੇ ਤਰੀਖਾਂ ਹੀ ਪਾਉਂਦੀ ਸੀ। 1 ਸਾਲ ਤੋਂ ਬਾਅਦ ਜਦੋਂ ਅਸੀਂ ਹਲਫ ਲਿਆ ਤੇ ਜੋ ਮੇਰੇ ਹਲਕੇ ਦੀ ਸੂਰਤ ਹਾਲ ਸੀ ਨਾ ਬਹੁਤ ਖਰਾਬ ਸੀ। ਅਗਰ ਅਸੀਂ ਠੱਠੀ ਮਿੰਦਰਾਲ ਨੂੰ ਜਾਂਦੇ ਸਾਂ ਤੇ ਰੋਡਾਂ ਦੀ ਜਾਂ ਗਲੀਆਂ ਦੀ ਕੋਈ ਹਾਲਤ ਨਹੀਂ ਸੀ। ਅਗਰ ਅਸੀਂ ਕਸੀਰਿਆਂ ਨੂੰ ਛਾਂਗਿਆਂ ਨੂੰ ਜਾਂਦੇ ਸਾਂ ਜਾਂ ਹਾਨੇ ਚੱਕ ਨੂੰ ਜਾਂਦੇ ਹਾਂ ਕੋਈ ਹਾਲਾਤ ਨਹੀਂ ਸਨ। ਤੇ ਜਿਹੜਾ ਨਾ ਚੇਅਰਮੈਨ ਤੇ ਇੰਨੀਆਂ ਸ਼ਰਤਾਂ ਨਹੀਂ ਪੂਰੀਆਂ ਕਰ ਸਕਦਾ। ਮੈਂ ਆਪਣੇ ਕਾਇਦ ਦੀ ਅਜ਼ਮਤ ਨੂੰ ਸਲਾਮ ਪੇਸ਼ ਕਰਨਾ ਚੌਧਰੀ ਰਮਜ਼ਾਨ ਸੁਬਾਨੀ ਸਾਹਿਬ ਦੀ ਕੋ MNA ਸਨ ਉਹਨਾਂ ਨੇ ਮੈਨੂੰ ਭਰਪੂਰ ਮੇਰਾ ਸਾਥ ਦਿੱਤਾ ਔਰ ਮੈਨੂੰ ਡਿਵੈਲਪਮੈਂਟ 'ਚ ਬਹੁਤ ਜ਼ਿਆਦਾ ਪੈਸੇ ਮਿਲੇ। ਸਾਰੇ ਚੇਅਰਮੈਨਾਂ ਜ਼ਿਲ੍ਹਾ ਸਿਆਲਕੋਟ ਦੇ ਸਾਰੇ ਚੇਅਰਮੈਨਾਂ ਨੂੰ ਜ਼ਿਆਦਾ ਪੈਸੇ ਮੈਨੂੰ ਮਿਲੇ ਜਿਹਦੇ 'ਚ 2 ਰੋਡ ਨੇ। ਇੱਕ ਰੋਡ ਵੈਂਸ ਸ਼ਰੀਫ ਤੋਂ ਨਿਕਲਦਾ ਉੱਚਾ ਵੈਂਸ ਨੀਵਾਂ ਵੈਂਸ ਖਾਨੇ ਚੱਕ ਝੁੰਨ ਇਹ ਮੇਰੇ 4 ਪਿੰਡ ਆਉਂਦੇ ਨੇ। ਕਸੀਰਿਆਂ ਨੂੰ ਵੀ ਛਾਂਗਿਆਂ ਨੂੰ ਵੀ ਲੋਕ ਈਜ਼ੀ ਮੇਰੇ ਯੂਨੀਅਨ ਕੌਂਸਲ ਦੇ ਲੋਕ ਚਲੇ ਜਾਂਦੇ ਨੇ। ਅਗਲੇ ਵੀ ਮੇਰੇ ਭੈਣਾਂ ਭਾਈ ਨੇ ਅਗਲੇ ਜਿਹੜੇ ਪਿੰਡ ਨੇ ਹੈ ਤਾਂ ਪਾਕਿਸਤਾਨ 'ਚ ਹੀ ਨੇ। ਇਹ ਨੱਕ ਵੱਡੀ ਚੌਂਕ ਤੱਕ ਰੋਡ ਜਾਂਦਾ ਇੱਥੋਂ 11 ਕਿਲੋਮੀਟਰ ਹੈ। ਮੈਂ ਆਪ ਹੀ ਖੁਦ ਸਰਵੇ ਕਰਾਏ ਹੁਣ 2 ਦਫਾ ਤਦ ਮੈਨੂੰ ਪਤਾ 11 ਕਿਲੋਮੀਟਰ ਇੱਕ ਪੁਆਇੰਟ ਵੀ ਉੱਤੇ ਨਹੀਂ ਜੇ। ਔਰ ਉਸ ਤੋਂ ਬਾਅਦ ਕਮਾਲੇ ਤੋਂ ਰੋਡ ਸਾਡਾ ਸਟਾਰਟ ਹੋਇਆ ਜਿਹੜਾ ਠੱਠੀ ਮਿੰਦਰਾਲ ਗਿਆ ਕਿ ਹਲਕੇ ਦਾ ਗੰਦ ਸਾਫ਼ ਹੋ ਗਿਆ। ਇਹ 2 ਰੋਡ ਰਾਣਾ ਆਰਫ ਸਾਹਿਬ ਔਰ ਚੌਧਰੀ ਰਮਜ਼ਾਨ ਸੁਬਾਨੀ ਸਾਹਿਬ ਕਿਉਂਕਿ ਉਹ MPA ਸਨ ਤੋਂ MNA ਸਨ ਤੇ ਇਹ ਮੀਆਂ ਸ਼ਬਾਜ਼ ਸ਼ਰੀਫ ਦੀ ਤਰਫੋਂ ਇਹ ਰੋਡ ਸਨ।
ਉਸ ਤੋਂ ਬਾਅਦ ਡਿਵੈਲਪਮੈਂਟ 'ਚ ਆਇਓ ਤੁਸੀਂ। ਟਾਊ ਪਿੰਡ ਸੀ, ਉੱਥੇ ਕਿਤੇ 10 ਸਾਲ ਤੋਂ ਪੈਸਾ ਹੀ ਕੋਈ ਨਹੀਂ ਸੀ ਲੱਗਾ। ਇੰਝ ਦੇ ਪਿੰਡ ਸਨ ਕਿ ਜਿੱਥੇ 10-15 ਸਾਲ ਤੋਂ ਚੋਰੀ ਅਖਤਰ ਨੇ ਹੀ ਕੰਮ ਕਰਾਇਆ ਸੀ, ਤੇ ਹੁਣ ਵੀ ਚੋਰੀ ਅਖਤਰ ਦੇ ਪੁੱਤਰਾਂ ਨੇ ਕੰਮ ਕਰਵਾਇਆ जरिया में। नहीं दे चोरी अख्तर साहब का टर्नओवर कितना आपको माजी में जाना पड़ेगा, तब से लेके अब तक डेवलपमेंट के काम ही नहीं थे हुए वहाँ पे। ना सर आर यू श्योर? ਬਿਲਕੁਲ। ਚੀਮਾ ਬਰਾਦਰਾਂ ਆਏ ਸਨ, ਉਹਨਾਂ ਨੇ ਇਹ ਰੋਡ ਵੈਂਸਾਲਾ ਬਣਾਇਆ ਸੀ, ਉਹਨਾਂ ਨੇ ਕੋਈ ਕੰਮ ਕਰਵਾਏ ਸਨ। ਇਸ ਤੋਂ ਕੋਈ ਹੋਰ ਕਿਸੇ ਹਕੂਮਤ ਨੇ ਕੰਮ ਨਹੀਂ ਕਰਵਾਏ, ਠੀਕ ਹੈ ਕਿ ਨਹੀਂ। ਉਸ ਤੋਂ ਬਾਅਦ ਮੈਨੂੰ ਚੋਈ ਸਾਹਿਬ ਨੇ 3 ਕਰੋੜ ਇੱਕ ਦਫਾ, 2.5 ਕਰੋੜ ਇੱਕ ਦਫਾ, ਮਤਲਬ ਮੈਨੂੰ ਸਹੀ ਸਕੀਮਾਂ ਮਿਲੀਆਂ ਨੇ। ਮੈਂ ਹਰ ਪਿੰਡ 'ਚ ਕਿਸੇ ਪਿੰਡ ਕਰੋੜ ਲਾਇਆ, ਕਿਸੇ ਪਿੰਡ 2 ਕਰੋੜ ਲਾਇਆ, ਕਿਸੇ ਪਿੰਡ 50 ਲੱਖ ਲਾਇਆ। ਮਤਲਬ ਕੈਸ਼ ਦੀ ਸੂਰਤ 'ਚ ਨਹੀਂ ਮਿਲੇ। ਉਹਨਾਂ ਠੇਕੇਦਾਰ ਸਾਨੂੰ ਮਿਲੇ ਨੇ, ਅਸਾਂ ਠੇਕੇਦਾਰਾਂ ਨੂੰ ਕਿਹਾ ਇਹ ਗਲੀ ਬਣਾ ਦਿਓ, ਇਹ ਗਲੀ ਬਣਾ ਦਿਓ, ਇਹ ਨਾਲੀ ਬਣਾ ਦਿਓ, ਇਹ ਨਾਲਾ ਬਣਾ ਦਿਓ। ਇਹ ਸੂਰਤ ਇਹ ਨਹੀਂ ਕਿ ਪੈਸੇ ਦੀ ਸ਼ਕਲ 'ਚ ਸਾਨੂੰ ਮਿਲੇ ਹੋਣ ਕਿ ਅਸੀਂ ਜੇਬ 'ਚ। ਔਰ ਅਲਹਮਦੁਲਿਲਾ ਇਲੈਕਸ਼ਨ ਜਦੋਂ ਉਸ ਤੋਂ ਬਾਅਦ 1.5 ਸਾਲ ਮਿਲਿਆ। 1.5 ਸਾਲ ਦੇ ਵਿੱਚ ਜਿਹੜਾ ਨਾ ਹਿਨਾ ਵੜੈਚ ਸਾਹਿਬ ਜਿਹੜੇ ਨੇ ਸਾਡੇ ਚੇਅਰਮੈਨ ਨੇ, ਮੈਨੂੰ ਅਰਮਗਾਨ ਸਾਹਿਬ ਨੇ ਡਿਵੈਲਪਮੈਂਟ ਦਾ ਚੇਅਰਮੈਨ ਬਣਾ ਦਿੱਤਾ ਜ਼ਿਲ੍ਹੇ 'ਚ। ਉਹਨਾਂ ਵੀ ਮੇਰਾ ਭਰਪੂਰ ਸਾਥ ਦਿੱਤਾ। ਉਹਨਾਂ ਵੀ ਮੈਨੂੰ ਕਸੀਰਿਆਂ ਵਾਲਾ ਰੋਡ, ਵੈਂਸ ਤੋਂ ਕਸੀਰੇ ਰੋਡ ਮੇਰਾ 2.5 ਕਰੋੜ ਰੁਪਏ ਦਾ ਟੈਂਡਰ ਹੋਇਆ। ਉਹ ਰਿਕੁਐਸਟ ਮੈਂ ਕੀਤੀ ਕਿ ਇੱਧਰੋਂ ਬਣਾਓ, ਕਿਉਂਕਿ ਕਸੀਰੇ ਜਾਂਦੇ ਧਰਨ ਪੈ ਜਾਂਦੀ ਸੀ ਸਾਨੂੰ, ਇੰਨੇ ਕੁ ਡੱਪੇ ਸਨ। ਔਰ ਇੰਡੀਆ ਬਿਲਕੁਲ ਸਾਹਮਣੇ ਨਜ਼ਰ ਆਉਂਦਾ ਜ਼ੀਰੋ ਲਾਈਨ 'ਤੇ ਵੀ, ਕਿ ਅਗਰ ਹੁਣ ਅੱਲਾ ਨਾ ਕਰੇ ਉਹ ਵਕਤ ਆਏ ਕਿ ਅਗਰ ਫਾਇਰਿੰਗ ਹੋਏ ਜਾਂ ਜੰਗੀ ਹਾਲਾਤ ਬਣਨ ਤਾਂ 1 ਮਿੰਟ 'ਚ ਬੰਦਾ ਵੈਂਸੀ ਆ ਜਾਂਦਾ। ਪੂਰੇ ਪਿੰਡ ਦੀ ਫਿਰਨੀ, ਉਸ ਪਿੰਡ ਦੀ ਮੈਂ ਬਣਵਾਈ, ਗਲੀਆਂ ਵੀ ਮੈਂ ਬਣਵਾਈਆਂ, ਹਾਨੇ ਚੱਕ 'ਚ ਵੀ ਇਸ ਤਰ੍ਹਾਂ ਹੀ ਹਰ ਪਿੰਡ 'ਚ ਮੈਂ ਕੰਮ ਕਰਵਾਇਆ। ਥੋੜ੍ਹੀ ਜਿਹੀ ਦੁਸ਼ਵਾਰੀ ਮੈਨੂੰ ਪੈਦਾ ਹੋਈ ਏ, ਉਹ ਜਿਹੜੇ ਮੇਰੇ 4 ਪਿੰਡ ਸਨ, ਕਰਲੂਬ ਔਰ ਸਦਰੇ, ਵਾਗਰੇ, ਘੜੀ, ਉਧਰ ਮੈਨੂੰ ਇਸ ਵਾਸਤੇ ਹੋਈ ਹੈ ਕਿ ਰਮਗਾਨ ਸੁਭਾਨੀ ਦਾ ਮੈਂ ਫੰਡ ਜਾਂ ਰਾਣੇ ਆਰਫ ਦਾ ਫੰਡ ਉਸ ਪਿੰਡਾਂ 'ਚ ਨਹੀਂ ਹਾਂ ਖੜ ਸਕਦਾ। ਉਹ ਜਿਹੜਾ ਚੋਰੀ ਖੁਸ਼ ਅਖਤਰ ਸੁਭਾਨੀ ਨੇ ਮੈਨੂੰ 70-80 ਲੱਖ ਰੁਪਇਆ ਦਿੱਤਾ ਸੀ, ਉਹ ਮੈਂ ਲਾਇਆ। ਉਹਨਾਂ ਪਿੰਡਾਂ 'ਚ ਮੇਰੇ ਕੋਲ ਕੰਮ ਜਿਹੜਾ ਨਾ ਬਹੁਤ ਘੱਟ ਹੋਇਆ, ਕਿਉਂਕਿ ਉੱਤੇ ਜ਼ਾਹਿਦ ਅਹਿਮਦ ਸੀ ਉਹ MNA, ਉਹਦੇ ਨਾਲ ਮੇਰੀ ਨਹੀਂ ਸੀ ਕੋਈ। ਰਮਗਾਨ ਸਾਹਿਬ ਨਾਲ ਹੀ ਮੇਰਾ ਤਲਕ, ਮੇਰਾ ਤੇ ਭਾਈ ਨੇ, ਕਾਇਦ ਵੀ ਨੇ, ਮੇਰੇ ਭਾਈ ਵੀ ਨੇ ਰਮਗਾਨ ਸਾਹਿਬ, ਤਾਂ ਜ਼ਾਹਿਦ ਅਹਿਮਦ ਨਾਲ ਮੇਰੀ ਕੋਈ ਇੰਨੀ ਸੈਟਿੰਗ ਨਹੀਂ ਸੀ, ਜਿਹਦੀ ਵਜ੍ਹਾ ਤੋਂ ਮੈਨੂੰ ਫੰਡ ਨਹੀਂ ਮਿਲੇ। ਉਹ ਵੀ ਵਲੀਓ ਖਾਨਦਾਨ ਨੂੰ ਸਿਰਾ ਜਾਂਦਾ ਕਿ ਉਹਨਾਂ ਜਿਹੜਾ 70-80 ਲੱਖ ਰੁਪਇਆ ਮੈਨੂੰ ਦਿੱਤਾ ਕਿ ਉਹ ਮੈਂ ਉਹਨਾਂ ਪਿੰਡਾਂ 'ਚ ਲਵਾਇਆ। ਹੋਰ ਮੈਂ ਇੱਕ ਹੋਰ ਤੁਹਾਨੂੰ ਚੀਜ਼ ਦੱਸਣਾ ਚਾਹੁੰਦਾ ਕਿ ਮੈਂ ਫੈਸਲ ਜਿਹੜਾ ਸੈਕਟਰੀ ਸੀ ਮੇਰਾ, ਅੱਜ ਵੀ ਉਹ ਸੈਕਟਰੀ ਹੈ ਸਾਡਾ, ਜਦੋਂ ਦਾ ਅਸੀਂ ਬਹਾਲ ਹੋਏ ਹਾਂ। ਮੈਂ ਖਸੂਸੀ ਤੌਰ 'ਤੇ ਉਹਨੂੰ ਆਗਾਹ ਕੀਤਾ ਸੀ ਕਿ 80 ਰੁਪਏ ਪਰਚੀ ਡੇਟ ਆਫ ਬਰਥ ਦੀ, ਔਰ ਵਫਾਤ ਦਾ ਜਿਹੜਾ ਮਤਲਬ ਅਨਰਾਜ ਹੈ ਉਹਦਾ ਵੀ 80 ਰੁਪਏ ਲਿਖ ਕੇ ਲਾਇਆ ਸੀ। ਅਗਰ ਕਿਸੇ ਨੂੰ ਸ਼ਿਕਾਇਤ ਹੋਏ ਤਾਂ ਮੈਨੂੰ ਇਹਦੇ ਨੰਬਰਾਂ 'ਤੇ ਫੋਨ ਕਰ ਸਕਦਾ, ਮੇਰੇ ਨੰਬਰ 'ਤੇ। ਦੂਸਰਾ ਭਾਈਜਾਨ, ਜਿਹੜਾ ਸਾਡੇ ਕੋਲ ਫੰਡ ਸੀ ਗਵਰਨਮੈਂਟ ਦਾ, ਮੇਰਾ ਆਰਡਰ ਸੀ ਉਹਨੂੰ ਕਿ ਕੋਈ ਵੀ ਜੀ ਆਏ ਯੂਨੀਅਨ ਕੌਂਸਲ ਕੁੰਦਨਪੁਰ ਦਾ, ਉਹਨੂੰ ਤੁਸਾਂ ਪਾਣੀ ਤੋਂ ਜਾਂ ਕੋਲਡ ਡਰਿੰਕ ਤੋਂ ਬਗੈਰ ਵਾਪਸ ਜਾਣ ਨਹੀਂ ਦੇਣਾ। ਬੜੇ ਅੱਛੇ ਤਰੀਕੇ ਨਾਲ ਘਰ ਜੈਸਾ ਮਾਹੌਲ ਦੇਣਾ। ਉਹ ਘਰ ਜੈਸਾ ਅਲਹਮਦੁਲਿਲਾ ਮਾਹੌਲ ਸੀ। ਕੋਈ ਬੰਦਾ ਮੈਨੂੰ ਕਹੇ ਕਿ ਅਸੀਂ ਯੂਨੀਅਨ ਕੌਂਸਲ 'ਚ ਗਏ ਹਾਂ ਅਤੇ ਬਿਸਤੋਏ ਹਾਂ, ਜਾਂ ਸਾਨੂੰ ਲਾਈਨ 'ਚ ਖੜਾ ਕਰਨਾ ਪਿਆ, ਜਾਂ ਸਾਡੀ ਸੁਣੀ नहीं किसी ने, मैं हाज़र हूँ जवाब दिया मैंने। लेकिन चौधरी साहब ये चीज़ क्या ख्याल है आपका कि हमारे कुंदनपुर यूनियन काउंसिल का ऑफिस ही नहीं है कुंदनपुर के अंदर, यहाँ के जो इलाका मकीन है अगर उनको यूनियन काउंसिल के हवाले से जितना भी आपने जो सेटअप रखा हुआ यूसी डालो वाले के अंदर रखा हुआ है, तो आपका नहीं ख्याल कि इस हल्का के अंदर, इस यूनियन काउंसिल के अंदर भी यूनियन काउंसिल का ऑफिस होना चाहिए था? हाँ, इस चीज़ का मैनू पछतावा है, इस चीज़ का मैनू अफसोस भी है कि यूनीयन कौंसल नहीं असी बना सके। ना गौरमेंट ने सानू आर्डर दिता है, DCO ने, ना चेयरमैन परसन को इजाजत सी कि इनू ढाक बना रहे। जे असी कोशिश की तो स्टे आ गए जी, साडी मस्जिद की जगह है, साडी है नंबर है, साडा है नंबर है, मुश्किलात आई। 18 का इलैक्शन जिहड़ा हुण जिमनी इलैक्शन आया, इहदे विच लोकां ने मेरे नाल गिला कीता, या तू इंज नहीं। मैं कुंदनपुर दी आवाम दोस्तां नूं बुलाया, ਜਿਹਦੇ 'ਚ PTI ਦੇ ਵੀ ਸਨ, ਆਪਣੀ ਜਮਾਤ ਦੇ ਵੀ ਸਨ। ਮੈਂ ਕਿਹਾ ਜੀ ਮੈਂ ਅੱਜ ਵੀ ਆਪਣੀ ਗੱਲ 'ਤੇ ਕਾਇਮ ਆ, ਮੇਰੇ ਕੋਲ ਤੁਸੀਂ ਪੈਸੇ ਲਓ ਤਾਂ ਬਣਾ ਲਓ। ਮੇਰੇ ਕੋਲ ਨਹੀਂ ਬਣੀ, ਮੈਨੂੰ ਨਹੀਂ ਬਣਾਉਣ ਇਹਨਾਂ ਦਿੱਤੀ, ਤੁਸੀਂ ਇਹ ਪੈਸੇ ਲੈ ਲਓ। 20 ਲੱਖ ਲੱਗੇ, 30 ਲੱਗੇ, 50 ਲੱਗੇ, ਮੈਂ ਬਣਾਵਾਂਗਾ। ਤੁਸੀਂ ਇਹ ਮੈਂ 5 ਲੱਖ ਰੁਪਇਆ ਦਿੱਤਾ ਸੀ, ਜਿਹਦੀ ਵਜ੍ਹਾ ਤੋਂ ਮੇਰੇ 'ਤੇ
इलेक्शन कमीशन इंक्वायरीज भी आप पे चलनी शुरू हो गई थी उन दिनों कि आप पैसे वगैरह बांट के तो आप वोट खरीदने की कोशिश कर रहे हैं। और मेरा डेरा डलवली वाला भी सील कर दिता गया। इत्थे भी मेरे ते 5 एप्लीकेशन मेरे ते जिमनी इलेक्शन चलियां ने, लेकिन अलहमदुलिल्लाह मैं अपने कायद दे नाल खड़ा वां। लेकिन वो 5 लाख जो था वो सिर्फ यूनियन काउंसिल ऑफिस के लिए आप दे रहे थे लोगों को। वो मेरा मानत दे तौर ते अज भी उन्हां दोस्तां दे कोल है। मैं अज भी कहना कोई भी अगे लगे मैं पैसे देना बनान, तफाक दे नाल बना लन, बिल्डिंग बनान, सारी जिंदगी उत्थे तख्ती मेरी लगनी है। पैसे मैं लाने ने मेरी लगनी है ना कि चेयरमैन ते इहने सूसी अपनी जेब चों फंड लाया किस, ठीक है कि नहीं। मैं अज भी अपनी जबान ते उस ते कहम अलहमदुलिल्लाह 30 लाख लगे 40 लाख लगे लाम आप अपनी पॉकेट से लगाएंगे वो सारा। पॉकेट से किसी का हिस्सा नहीं होएगा, किसी गौरमेंट का नहीं, मैं अपनी जाती जेब च लावांगा। इस चीज़ का मैनू है अफसोस। लेकिन सर कोई जो आपने ठीक 5 साल पहले जो आपने वादे किए थे उनमें से कोई ऐसा वादा या फिर जो होती है कि इंसान की अपनी ख्वाहिश भी होती है कि यार मैं चेयरमैन बनूंगा तो मेरे हलके के अंदर ये वाली फैसिलिटी सबसे पहले मैं प्रोवाइड करूंगा, तो कोई ऐसा काम जो आपका रह गया हो अभी तक और आपको पछतावा भी हो रहा हो? तलीम मैं कहना तलीम बहुत ज़रूरी है। दिल की बड़ी ख्वाहिश सी कि साढ़े इलाके च डिग्री कॉलेज होए ना, क्योंकि साढ़े इलाके की रेशो जी है ना बच्चियां की 70% बच्चियां साड़ियां पढ़दियां ने, वो 30% जेडे ने साढ़े बच्चे पढ़ते हैं। अक्सरीयत जी देखी जाए तो 70% है बच्चियां। मेरे खानदान भी इंज ही है कि साढ़े बच्चियां लायक ने, बच्चे साढ़े इन्ने नहीं पढ़ाई वाल तवज्जो दिंदे। तो मेरी दिल की ख्वाहिश सी कि कचहरी कोई पंजाब कॉलेज कोई मराकी वाले इन्नी दूर बच्चियां जांदियां ने, कई नहीं अफोर्ड कर सकते ना। जो लो पावर्टी आलमोस्ट जितने भी लोग हैं पाकिस्तान के जो सिटीज़न है स्पेशली इस एरिए के, ये देहाती एरिया, यहाँ पे आलमोस्ट 70% लोग जो हैं वो बिलो पावर्टी अपनी लाइफ गुजार रहे हैं। मज़दूर आदमी दिहाड़ी लगा के सियालकोट से या फिर किसी भी जगह जाकर बड़ी मुश्किल के साथ से यहाँ के लोग जो गुजारा कर रहे हैं। और मेरा ख्याल है कि होता ये होगा कि जब वो अफोर्ड नहीं कर सकते सियालकोट भेजना तो फिर वो अपनी बच्चियों की स्टडी ही वहाँ पे स्टॉप करवा देते हैं। तो क्या ख्याल है आपका कि आपको सबसे पहले बनते ही चेयरमैन का हलफ उठाते ही आपको इसके ऊपर काम करना चाहिए था? 1 साल तो असीं हलफ ही नहीं दिया और 5 साल का साडा टंडो सी ते जिहदे च सानूं 1.5 साल मिले आ। मैं इस टाइम मैं शरीफ च रह रहा, गाँव च अपने च रह रहा, उत्थे मैं रिहाश लै गया। मैनू पता ना इत्थों बच्चे मेरे स्कूल जाते हैं कितना देर पहला वैंस तो बच्चा स्कूल जाए ना सिटी 1 घंटा पहला जाता। डलवली तो या कैंट तो डलवली तो अद्धा घंटा, तो कैंट वाले ਜਿਹੜੇ ਬੱਚੇ ਨੇ 15 ਮਿੰਟ ਪਹਿਲਾਂ ਸਕੂਲ ਜਾਂਦੇ ਨੇ। ਔਰ ਮੈਨੂੰ ਪਤਾ ਹੈ ਜਵਾਨ ਬੱਚੀਆਂ ਹੋਣ ਬੇਟੀਆਂ ਹੋਣ ਉਹਨਾਂ ਨੂੰ ਮਾਂ ਬਾਪ ਜਦੋਂ ਸਵੇਰ ਘੱਲਦਾ ਤਾਂ ਸਾਰਾ ਦਿਨ ਉਹਦੀਆਂ ਨਜ਼ਰਾਂ ਸਕੂਲ ਵੱਲ ਹੁੰਦੀਆਂ ਨੇ ਕਿ ਮੇਰੀ ਬੇਟੀਆਂ ਸਕੂਲ ਗਈਆਂ ਨੇ ਵਾਪਸ ਉਹਨਾਂ ਆਉਣਾ। ਤੇ ਦਿਲ ਦੀ ख्वाहिश ਸੀ ਕਿ ਇਹ ਮੇਰਾ ਕਾਲਜ ਜਿਹੜਾ ਨਾ ਇੱਥੇ ਬਣੇ, ਜਿਹਦੇ ਵਿੱਚ ख्वाजा ਮੁਹੰਮਦ ਆਸਫ ਸਾਹਿਬ ਨੇ ਪੈਸੇ ਵੀ ਮਨਜ਼ੂਰ ਕਰਵਾਏ ਸਨ, ਹਰ ਚੀਜ਼ ਸੀ। लेकिन पीटीआई की हुकूमत जो आई है 18 ਦੇ ਵਿੱਚ ਉਹ ਸਾਰਾ रोल हो गया। ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿ ਡਿਗਰੀ ਕਾਲਜ ਦੇ ਆਰਡਰ ਟੈਂਡਰ ਪਾਸ ਹੋਏ ਹਨ ਸਾਲੀਏ ਕਿ ਨਹੀਂ। बेहतरीन जगह है, लेकिन पीटीआई की हुकूमत नहीं बनन दिता। अगर ये कॉलेज बनया होंदा अज इलाके च मैं भी सुरखरू होना सी, डलवली के चेयरमैन साहब ने भी कुछ मतलब लंगड़ियाली वाले चेयरमैन ने भी सुरखरू होना सी, जिहड़ा हुण उरे गया। उरे भी भेजण वास्ते बच्ची नूं साडू वैंस तो 1 घंटा चाहिए। अब बिल्कुल यहाँ पे नियरेस्ट किसी किस्म का कॉलेज इस तरह का नहीं है कि जहाँ पे जो एक वाइट कलर जो लोग हैं वो अपने बच्चों को वहाँ भेज सकें। तो ये पीटीआई ने ज़्यादती नहीं की आपके ख्याल से इस एरिए के साथ? बहुत ज़्यादा ज़्यादती की थी। ये सारे पैसे आए वापस जान, बहुत ज़्यादती है। मैं ना सरासर ज़्यादती है। मैं भी नहीं अफोर्ड कर सकता शहर भेजन। मेरे नाल दे कई साथी ने सफेद पोश लोग ने तो नहीं भेज सकते शहर, लेकिन बड़ा दिली दुख है मैनू है। अल्लाह ताला मैनू हिम्मत और तफीक दे, कोई ऐसी मेरे से पावर मैनू अल्लाह दे कि जेड़ा मैं कॉलेज आने वाले वक्तां च अच्छे मुल्क के हालात होने तो असीं यह कॉलेज लैके आइए। ये दिल की ख्वाहिश पूरी इंशाल्लाह मेरा अल्लाह करेगा। सर लास्ट इलेक्शन जो आपने कॉन्टेस्ट किया वो किया आपने इंडिपेंडेंट कैंडिडेट की हैसियत से। अब जो अगला इलेक्शन होप्स हो कि आप अगला इलेक्शन भी आप कॉन्टेस्ट करेंगे लाजमी, वो वाला जो इलेक्शन है क्या वो इंडिपेंडेंट कैंडिडेट के तौर पर आप इलेक्शन कॉन्टेस्ट करेंगे या फिर किसी पार्टी के टिकट के ऊपर वो इलेक्शन आप लड़ेंगे?
ਨਹੀਂ ਨਹੀਂ, ਆਜ਼ਾਦ ਵਾਲੀ ਤਾਂ ਗੱਲ ਹੀ ਕੋਈ ਨਹੀਂ। ਮੇਰਾ ਕਾਇਦ ਚੌਧਰੀ ਰਮਜ਼ਾਨ ਸੁਭਾਨੀ ਸਾਹਿਬ ਸਿਰ ਮੱਥੇ ਜਨਾਬ, ਜੋ ਉਹਨਾਂ ਦਾ ਹੁਕਮ ਹੋਣਾ ਉਹੀ ਹੋਣਾ। ਉਸ ਦੇ ਤੋਂ ਬਾਅਦ ਮੇਰੇ ਹਲਕੇ ਦੀ ਆਵਾਮ ਹੈ, ਅਗਰ ਉਹ ਸਮਝਣਗੇ ਕਿ ਮੈਂ ਅੱਛਾ ਰਿਹਾ ਇਹਨਾਂ ਦੇ ਨਾਲ, ਮੇਰਾ ਵਰਤਾਓ ਅੱਛਾ ਸੀ, ਮੇਰਾ ਭਾਈਚਾਰਾ ਅੱਛਾ ਸੀ, ਤੇ ਜ਼ਰੂਰ ਮੈਦਾਨ 'ਚ ਉਤਰਾਂਗੇ। ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂ, ਮੈਂ ਸਿਆਸਤ ਥਾਣੇ ਕਚਹਿਰੀ ਦੀ ਨਹੀਂ ਕੀਤੀ। ਥਾਣੇ ਕਚਹਿਰੀ ਗਏ ਜ਼ਰੂਰ ਆ, ਲੇਕਿਨ ਕਿਸੇ ਦੇ ਝੂਠੇ ਪਰਚੇ ਨਹੀਂ ਜੇ ਕਰਾਏ। ਕੋਈ ਵੀ ਆ ਕੇ ਮੇਰਾ ਕਾਲਰ ਫੜ ਸਕਦਾ ਕਿ ਤੂੰ ਸਾਡੇ ਤੇ ਝੂਠਾ ਪਰਚਾ ਕਰਾਇਆ ਸੀ, ਜਾਂ ਤੂੰ ਬਦਮਾਸ਼ੀ ਕੀਤੀ, ਜਾਂ ਕਿਸੇ ਦਾ ਰਾਹ ਡੱਕਿਆ। ਨਹੀਂ, ਸ਼ਰਾਫਤ ਦੀ ਜ਼ਿੰਦਗੀ ਗੁਜ਼ਾਰੀ ਹੈ। ਸ਼ਰਾਫਤ ਦੇ ਨਾਲ ਡੇਢ ਤਾਂ ਸਾਰਾ ਸਾਲ ਮਿਲਿਆ ਸਾਨੂੰ। 1.5 ਸਾਲ 'ਚ ਹਾਂ ਕੀ ਕਰ ਲੈਣਾ ਸੀ, ਲੇਕਿਨ ਫਿਰ ਵੀ ਅਲਹਮਦੁਲਿਲਾ ਮੈਂ ਬੜਾ ਕੁਛ ਆਪਣੇ ਇਲਾਕੇ ਦੇ ਵਾਸਤੇ ਜਿਹੜਾ ਨਾ ਗਲੀਆਂ ਨਾਲੀਆਂ, ਇਹ ਮਿੰਦਰਾਲ ਵਾਲਾ ਸਕੂਲ, ਟਾਊ ਵਾਲਾ ਸਕੂਲ, ਜੋ ਕੁਝ ਹੋ ਸਕਿਆ ਨਾ ਮੈਂ ਕੀਤਾ। ਲੇਕਿਨ 1.5 ਸਾਲ 'ਚ ਕਿੱਦਾਂ ਵੀ ਮੈਂ ਕੁਝ ਕਰ ਸਕਣਾ ਸੀ। ਠੀਕ ਹੈ ਕਿ ਨਹੀਂ। ਲੇਕਿਨ ਇਹ ਵੀ ਕਿ ਫਿਰ ਅੱਲਾਹ ਤਾਲਾ ਦੀ ਜ਼ਾਤ, ਆਵਾਮ ਨੇ ਮੈਨੂੰ ਪਸੰਦ ਕੀਤਾ, ਆਵਾਮ ਦੀ ਖਵਾਹਿਸ਼ਾਤ ਹੋਈ। ਮੇਰੀ ਇਕੱਲੇ ਦੀ ਤਾਂ ਨਹੀਂ ਖਵਾਹਿਸ਼ਾਤ ਨਾਲ ਮੈਂ ਬਣ ਜਾਣਾ। ਇਲਾਕੇ ਦੀ ਆਵਾਮ ਨਾਲ ਨਾ ਇੱਜ਼ਤ ਜ਼ਿਲਤ ਮੇਰੇ ਸੋਹਣੇ ਰੱਬ ਨੇ ਦੇਣੀ ਆ, ਉਹਦੇ ਤੋਂ ਬਾਅਦ ਆਵਾਮ ਨੇ ਦੇਣਾ। ਤੁਹਾਡੇ ਜਿੱਥੇ ਤੁਸੀਂ ਰਹਿ ਰਹੇ ਹੋ, ਇਹ ਨਿਉਂਦਰਾ ਭਾਂਜੀ ਹੁੰਦੀ ਹੈ। ਠੀਕ ਹੈ, ਮੇਰੇ ਅੰਦਰੋਂ ਦੇਖਾਂ ਤਾਂ ਮੈਂ ਸਮਝਦਾ ਮੇਰਾ ਨਿਉਂਦਰਾ ਭਾਂਜੀ ਠੀਕ ਹੈ। ਲੇਕਿਨ ਪੂਰਾ ਬੰਦਾ ਤਾਂ ਨਹੀਂ ਇਨਸਾਨ ਹੋ ਸਕਦਾ, ਗਲਤੀਆਂ ਕੁਤਾਈਆਂ ਹੁੰਦੀਆਂ ਨੇ। ਲੇਕਿਨ ਜੋ ਮੇਰੇ ਹਲਕੇ ਨੇ ਮੇਰੇ ਵਾਸਤੇ ਕੀਤਾ, ਮੇਰੀ ਆਉਣ ਵਾਲੀ ਨਸਲ ਵੀ ਉਹਨਾਂ ਵਾਸਤੇ ਜਿਹੜੀ ਹੈ ਨਾ ਸਾਰੀ ਜ਼ਿੰਦਗੀ ਸਿਰ ਨਹੀਂ ਚੁੱਕੇਗੀ। ਮੈਂ ਆਪਣੇ ਹਲਕੇ ਦੀ ਆਵਾਮ ਨੂੰ ਅਜ਼ਮਤ ਦੀ ਸਲਾਮ ਪੇਸ਼ ਕਰਨਾ, ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਉਹਨਾਂ ਮੈਨੂੰ ਇਸ ਮਾੜੇ ਬੰਦੇ ਨੂੰ, ਇਸ ਗਰੀਬ ਨੂੰ ਨੌਕਰੀ ਦਿੱਤੀ ਸੀ। ਜਿੰਨੇ ਜੋਗਾ ਨੌਕਰ ਆਇਆ ਸੀ ਇਹਨੇ ਨੌਕਰੀ ਨਿਭਾਈ ਹੈ। ਅੱਗੋਂ ਵੀ ਪੁਰਾਣੇ ਨੌਕਰ ਚੰਗੇ ਰਹਿੰਦੇ ਨੇ, ਪੁਰਾਣੀ ਨੌਕਰੀ ਬਹਾਲ ਹੋਈ ਇਹਨਾਂ ਦੇ ਨੌਕਰ ਚੰਗੇ ਰਹਿੰਦੇ ਨੇ। सर आखिर पे आप अपने हल्का अहबाब को क्या मैसेज देना चाहते हैं, स्पेशली यंगस्टर्स को आप क्या नसीहत करना चाहते हैं? सर जी, तलीम बहुत ज़रूरी है। मैं बच्चों ਨੂੰ ਆਖਾਂਗਾ ਕਿ ਤਲੀਮ ਵੱਲ ਤਵੱਜੋ ਦੇਣੀ ਚਾਹੀਦੀ। ਆਉਣ ਵਾਲਾ ਵਕਤ ਸਾਡਾ ਪਾਕਿਸਤਾਨ ਦਾ ਮੁਸਤਕਬਲ ਜਿਹੜਾ ਨਾ ਇਹ ਪੜ੍ਹਾਈ 'ਚ ਪੜ੍ਹ ਜਾਣਗੇ ਤੇ ਕੁਝ ਬਣ ਜਾਣਗੇ। ਤੇ ਇੱਕ ਜਿਹੜੀ ਭਾਜੀ ਨਿਕਲ ਆਈ ਜੇ ਨਾ ਟਿਕਟਾਕ, ਹਰ ਘਰ ਜਿਹੜੇ ਘਰ ਜਾਓ ਬਚਾਓ ਉੱਥੇ ਬੁੱਢੀ ਉਹ ਉੱਥੇ ਤੇ ਅੰਮਾ ਉੱਥੇ ਅੱਬਾ ਉੱਥੇ ਸਾਰੇ ਟਿਕਟਾਕ ਤੇ ਲੱਗੇ ਨੇ, ਗੇਮਾਂ ਖੇਡਦੇ ਨੇ। ਅੱਲਾ ਦੀ ਕਸਮ 80-85 ਵਾਲਾ ਵਕਤ ਯਾਦ ਆਉਂਦਾ, 90 ਵਾਲਾ। ਇੰਨਾ ਮਜ਼ਾ ਆਉਂਦਾ ਸੀ, ਭੈਣ ਭਰਾ ਬਹਿੰਦੇ ਸਨ। ਮੈਂ ਆਪਣੇ ਘਰ ਜਾਂਦਾ ਤੇ ਮੇਰੇ ਜਾਣੇ ਆ ਨਾ, ਕੋਈ ਉਸ ਸੋਫੇ ਤੇ ਕੋਈ ਉਸ ਸੋਫੇ ਤੇ ਬਹਿ ਕੇ ਟਿਕਟਾਕ, ਉਹਨਾਂ ਨੂੰ ਪਤਾ ਹੀ ਨਹੀਂ ਪਿਓ ਆਇਆ ਘਰ। तो क्या उनकी माँ उनको कुछ नहीं कहती? ਮਾਂ ਖੁਦ ਲੱਗੀ ਹੁੰਦੀ ਹੈ ਟਿਕਟਾਕ ਤੇ ਆ ਗੇਮ ਖੇਡਣ। ਇਹ ਇੱਕ ਪਤਲੂ ਮਟਲੂ ਨਿਕਲ ਆਇਆ ਜੋ ਦੇਖੀ ਉਹ ਗੇਮ ਦਾ ਭਲਾ ਮੋਟਾ ਪਤਲੂ, ਉਹ ਹੀ ਜਾਣੇ ਲੱਗੇ ਰਹਿੰਦੇ ਨੇ। पबजी भी है ना, सारा दिन पबजी भी खेलते रहते ਖੇਡਦੇ ਰਹਿੰਦੇ ਨੇ। ਉਤੋਂ 8-9 ਮਹੀਨੇ ਜਦੋਂ ਬੱਚਾ ਬਹਿਣ ਵਾਲਾ ਹੋ ਜਾਂਦਾ ਨਾ ਸੋਫੇ ਕੁਰਸੀ ਤੇ, ਪਹਿਲਾ ਮਾਂ ਦਾ ਗਿਫਟ ਲੈ ਮੇਰੀ ਧੀ ਤੂੰ ਐ ਪੁੱਤਰ ਖੇਡ। ਉਹ ਖੇਡਦੇ ਰਹਿੰਦੇ ਜੇ ਤਾਂ ਉਹਨੂੰ ਮਾਂ ਦੀ ਕੀ ਪਛਾਣ ਹੋਣੀ ਤੇ ਪਿਓ ਦੀ ਕੀ ਪਛਾਣ ਹੋਣੀ। ਚਾਹਤਾ ਪਿਆਰ ਇਸ ਵਾਸਤੇ ਖਤਮ ਹੋ ਰਿਹਾ ਯਾ ਸਾਰਿਆਂ ਕੇ ਦੁਆ। ਮੈਂ ਭਾਵੇਂ ਮੇਰੇ ਖਿਲਾਫ ਹੋ ਜਾਣ ਟਿਕਟਾਕ ਵਾਲੇ, ਮੈਨੂੰ ਕਹਦਾ, ਲੇਕਿਨ ਜੈਨੂਇਨ ਗੱਲ ਜੇ टीवी लगता सी सारा महला आके ड्रामा वेखदा, इकट्ठे होके तो ड्रामा वगैरह देखते हैं, वो मूवी लगी होती थी, देखदा हुंदा सा। अंधेरा उजाला ड्रामा। ਹੁਣ ਜਨਾਬ ਕਿਹੜੇ ਉਹ ਹਨੇਰੇ ਜਾਲੇ ਰਹਿ ਗਏ, ਹੁਣ ਹਨੇਰਾ ਹੀ ਹਨੇਰਾ। ਬੱਚੇ रजाई च वाड़ो तो ਉੱਥੇ भी मोबाइल ऑन कर लेते हैं। सर ये देखें ना, अभी ये कैमरा ज़रा उस तरफ करना, ये देखें, ये है चोई साहब का बेटा। सर ये आपके पास बैठ के लगा हुआ है, गालबन इसकी एज भी को होगी यही कोई 4-5 साल के राउंड बाउंड होगा, ये 4.5 साल का है। तो वो भी मोबाइल चला रहा है और उसको पता ही नहीं है मेरे पापा पास बैठ के तो टॉक शो कर रहे हैं। ਉਹਨੂੰ ਹੈ ਜੇ ਮਹਿਸੂਸ ਕੋਈ ਤੱਕਦਾ ਪਿਆ, ਵੇਖੋ ਅਸੀਂ ਹੁਣ ਵੀ ਗੱਲ ਕਰਨੇ ਪਏ, ਉਹਨੂੰ ਨਹੀਂ ਪਤਾ। ਉਹ ਐਸਾ ਜ਼ੇਨ ਉਹਦਾ ਉੱਥੇ ਖੁੱਬ ਹੈ, ਇਹਦੇ ਕੋਲ ਲੈਣਾ, ਇਹਨੇ ਚੁੱਪ ਹੀ ਨਹੀਂ ਕਰਨਾ, ਇਹਨੇ ਰੋਣਾ। तो क्या घर से नहीं शुरुआत करनी चाहिए अब हमें? ਮੈਂ ਆਨਾ ਜੀ ਇਹ ਨਹੀਂ ਜੇ ਖਤਮ ਹੋ ਸਕਦੀ। ਹੁਣ ਇਹ ਜਿਹੜੀ ਆਦਤ ਸਾਡੀ ਆਵਾਮ ਨੂੰ ਪੈ ਜਾਂਦੀ ਹੈ ਨਾ, ਇਹ ਨਹੀਂ ਜਾਂਦੀ ਕਿਸੇ ਪਾਸੇ ਵੀ। ਇਹ ਹੁਣ ਇਹ ਲਾਲੀਪਾਪ ਸਾਨੂੰ ਕੋੜਾ ਜ਼ਹਿਰ ਪੀਣਾ ਹੀ। तो ये इनकी माँ भी नहीं इनको कुछ कहती? हम घर से शुरू होना चाहिए ना जो सब पहले तो। ਸਾਡੀ ਮਾਂ ਆਪ ਖੇਡਦੀ ਏ ਤੇ ਮਾਂ ਨੂੰ ਤੇ ਆਪ ਨਹੀਂ ਪਤਾ ਹੁੰਦਾ ਕਿ ਮੇਰਾ ਸ਼ੋਹਰ ਆਇਆ ਬਾਹਰੋਂ, ਮੈਂ ਉਹਨੂੰ ਮੈਂ ਮਿਲਣਾ ਜਾਂ ਉਹਨੂੰ ਪਾਣੀ ਦੇਣਾ। ਨੌਕਰ ਹੀ ਦਿੰਦੇ ਨੇ, ਉਹ ਆ ਕੇ ਕਹਿੰਦੇ ਨੇ ਜੀ ਆਂਟੀ ਲੱਗੀ ਜੇ ਟੈਲੀਫੋਨ ਤੇ। ये चोई साहब के ये जेन्युइन इशू है, और बाकी टिकटॉक के ऊपर यूज़ करने चाहिए इसको एज अ ऐप। आप थोड़ी देर के लिए एज अ फ़न आप इसको यूज़ कर लें, लेकिन इतना नहीं, इसकी आदत नहीं बना लेनी चाहिए। और अक्सर
देखा जाता है कि जो नौजवान है वो किसी भी जगह बैठ के लगे हुए हैं अपने काम को, पबजी खेल रहा है, कोई किसी काम लगा हुआ है, तो इन सारी चीज़ों से एहतियात करना चाहिए। एज अ फ़न इनको यूज़ करना चाहिए इन ऐप्स को, लेकिन इन ऐप्स को आप आदत ना बनाएं अपनी। इसी के साथ ही अपने मेज़बान चौधरी मोहम्मद अवैस को न्यू टाइम्स पाकिस्तान की स्क्रीन से इजाज़त दीजिए। अल्लाह हाफिज़।